ਭਾਈ ਸਾਹਿਬ ਦੀਆਂ ਕੁਝ ਪੌੜੀਆਂ ਚੇਤੇ ਆ ਜਾਂਦੀਆਂ ਨੇ। ਭਾਈ ਗੁਰਦਾਸ ਦੀ ਅੱਜ ਤੋਂ ਗਾਲਬਨ 40 ਸਾਲ ਜਦ ਪਹਿਲੇ ਮੈਂ ਪੜ੍ਹੀਆਂ, 40-45 ਸਾਲ ਪਹਿਲੇ, ਉਸ ਦਿਨ ਤੇ ਮੈਂ ਹੈਰਾਨ ਹੋਇਆ ਸੀ। ਮੇਰੀ ਸ਼ਰਧਾ ਨੂੰ ਕੁਝ ਠੇਸ ਵੀ ਲੱਗੇ। ਮੈਂ ਕਿਹਾ ਇਹਨਾਂ ਨੂੰ ਤੇ ਕਹਿੰਦੇ ਨੇ ਭਾਈ ਗੁਰਦਾਸ ਦੀ ਬਾਣੀ ਕੁੰਜੀ ਹੈ, ਸ਼ਬਦਾਂ ਨੂੰ ਖੋਲ੍ਹਦੀ। ਇਹ ਗੁਰੂ ਘਰ ਦੇ ਵੇਸ ਬਿਆਸ ਨੇ, ਇਹ ਕਹਿੰਦੇ ਕੀ ਪੈਣਾ ਹੈ? ਕਿਹੜੀ ਗੱਲ ਤੇ ਸ਼ਰਧਾ ਟੁੱਟੀ? ਕਈ ਪੌੜੀਆਂ ਉਹਨਾਂ ਨੇ ਲਿਖੀਆਂ ਨੇ ਲੈਲਾ ਮਜਨੂ ਦੀ ਉਪਮਾ 'ਚ, ਸੋਨੀ ਮਹੀਵਾਲ ਦੀ ਮਹਿਮਾ 'ਚ, ਸੱਸੀ ਪੁੰਨੂ ਹੀਰ ਰਾਂਝੇ ਦੀ ਮਹਿਮਾ 'ਚ। ਹੈਰਾਨਗੀ ਹੋਈ ਮੈਨੂੰ। ਚਲੋ ਕੋਈ ਆਮ ਸ਼ਾਇਰ ਲਿਖਦਾ ਹੈ, ਕੋਈ ਆਮ ਕਵੀ ਲਿਖਦਾ, ਕਿਤੇ ਭਾਈ ਗੁਰਦਾਸ ਨੇ ਲਿਖੇ। ਸੁਣੋ, ਲੈਲਾ ਮਜਨੂ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਨੀ ਨੇ ਤਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਪਹਿਲੀ ਦਫਾ ਜਦ ਮੈਂ ਪੜ੍ਹਿਆ, ਯਕੀਨ ਜਾਣੋ ਭਾਵੇਂ ਮੈਂ ਇਕੱਲਾ ਹੀ ਬੈਠਾ ਸੀ, ਲੇਕਿਨ ਪੜ੍ਹਨ ਲੱਗਿਆ ਵੀ ਮੈਨੂੰ ਸ਼ਰਮ ਆਵੇ ਵੀ ਅੱਗੋਗੇ ਇੰਨਾ ਵੱਡਾ ਦਾਰਸ਼ਨਿਕ ਕਹਿੰਦਾ ਕੀ ਤੇ, ਇੰਨਾ ਵੱਡਾ ਸੰਤ ਜਿਹਦੇ ਦਿਲ ਦਿਮਾਗ ਦੇ ਕਪਾਟ ਖੁੱਲੇ, ਦਲੀਲਾਂ ਜਿਸ ਦੀਆਂ ਦਾਸੀਆਂ ਲੈ, ਪ੍ਰਮਾਣ ਜੋ ਢੇਰ ਲਾ ਦਿੰਦੇ ਨੇ, ਐਸੇ ਮਹਾਨ ਗਿਆਨੀ ਕਹਿ ਕੀ ਰਹੇ ਨੇ। ਲੈਲਾ ਦੀ ਉਪਮਾ ਪੇ ਕਰਦੇ ਨੇ, ਮਜਨੂ ਦੀ ਉਪਮਾ ਪੇ ਕਰਦੇ, ਸੱਸੀ ਦੀ ਮਹਿਮਾ ਪੇ ਗਾਉਂਦੇ ਨੇ, ਪੁੰਨੂ ਦੀ ਮਹਿਮਾ ਪੇ ਗਾਉਂਦੇ, ਹੀਰ ਦੀ ਉਪਮਾ ਪੇ ਕਰਦੇ ਨੇ, ਰਾਂਝੇ ਦੀ ਉਪਮਾ ਪੇ ਕਰਦੇ ਨੇ, ਮਹੀਵਾਲ ਦੇ ਗੀਤ ਗਾ ਰਹੇ ਨੇ, ਸੋਨੀ ਦੇ ਗੀਤ ਗਾ ਰਹੇ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ। ਦੂਸਰੀ ਪੌੜੀ ਦੀ ਵੀ ਇੱਕ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ। ਇੱਕ ਕੁੱਤੇ ਨੂੰ ਚੁੱਕ ਕੇ ਮਜਨੂ ਨੇ ਸੀਨੇ ਨਾਲ ਲਾ ਲਏ ਤੇ ਪਿਆਰ ਕਰੀ ਜਾ। ਉਹ ਕੁੱਤਾ ਬਹੁਤ ਖੂਬਸੂਰਤ ਵੀ ਨਹੀਂ ਸੀ ਤੇ ਕਮਜ਼ੋਰ ਬੜਾ ਸੀ ਤੇ ਜ਼ਖਮੀ ਵੀ ਸੀ। ਇੱਕ ਸੂਫੀ ਸੰਤ ਨੇ ਵੀ ਲਿਖਿਆ, ਉਹ ਕਹਿੰਦਾ ਹੈ ਪੈ ਸਗੇ ਬੋਸੀਦਾ ਮਜਨੂ ਹਲਕੇ ਗੋਇਦ ਈਚੇ ਸੋ। ਇਹ ਬੋਸੀਦਾ ਕੁੱਤਾ, ਇਹ ਬਿਮਾਰ ਕੁੱਤਾ, ਇਹ ਜ਼ਖਮੀ ਕੁੱਤਾ, ਇਹ ਕਮਜ਼ੋਰ ਕੁੱਤਾ, ਇਹਨੂੰ ਚੁੱਕ ਕੇ ਪਿਆਰ ਕਰਦਾ ਹੈ। ਸਿਰਫ ਪਿਆਰ ਨਹੀਂ ਕਰਦਾ, ਫਿਰ ਕੁੱਤੇ ਦੇ ਪੈਰੀ ਪੈਂਦਾ। ਭਾਈ ਗੁਰਦਾਸ ਵੀ ਲਿਖਦਾ, ਕੁੱਤੇ ਦੇ ਪੈਰੀ ਪੈਂਦਾ, ਕੁੱਤੇ ਦੇ ਪੈਰਾਂ ਤੇ ਆਪਣਾ ਸਿਰ ਰੱਖਦਾ। ਅਜੀਬੋ ਗਰੀਬ ਗੱਲ। ਭਾਈ ਗੁਰਦਾਸ ਜੀ ਸਾਫ਼ ਲਿਖਦੇ ਨੇ ਕੁੱਤੇ ਦੀ ਪੈਰੀ ਪਵੇ, ਪੈਰੀ ਪੈਂਦਾ। ਤੇ ਸੂਫੀ ਵੀ ਲਿਖ ਰਿਹਾ, ਪੈ ਸਗੇ ਬੋ ਸੀਦਾ ਮਜਨੂ ਫੈ ਪੈ, ਪੈ ਸਗੇ ਬੋ ਸੀਦਾ ਮਜਨੂ ਖਲਕੇ ਗੋਇਦ ਈਂਚੇ ਸੋ। दुनिया कहने लगी मजनू एक ही कर रहे हैं, ठीक है इतना ते पागल ना हो। कुत्ते दी पैरी पैंदा है, और कुत्ता भी कमज़ोर बीमार ते जख्मी, उन्होंने सीने नाल लांदा। पता है मजनू ने की जवाब दिता, पै सगे बो सीधे मजनू हल्के गोयद ईंचे सूद, ई सगे दर कूए लैला गाहे गाहे रफ्ता बूद। ਇਹ ਉਹ ਕੁੱਤਾ ਹੈ ਜੋ ਕਦੀ ਕਦੀ ਲੈਲਾ ਦੇ ਘਰੋਂ ਹੋ ਆਉਂਦਾ ਹੈ। ਇਹਦੇ ਕਦਮ ਲੈਲਾ ਦੇ ਘਰ ਤੱਕ ਪਹੁੰਚਦੇ ਨੇ, ਮੇਰੇ ਕਦਮ ਨਹੀਂ ਪਹੁੰਚ ਰਹੇ। ਮੈਂ ਤੇ ਉਹਨਾਂ ਕਦਮਾਂ ਤੋਂ ਵੀ ਸਦਕੇ ਜਾਣਾ ਜਿਹੜੇ ਕਦਮ ਲੈਲਾ ਦੇ ਘਰ ਤੱਕ ਪਹੁੰਚਾ। ਕਿਉਂਕਿ ਲੈਲਾ ਨਾਲ ਪਿਆਰ ਹੈ, ਤੋ ਲੈਲਾ ਦੀ ਹਰ ਚੀਜ਼ ਨਾਲ ਪਿਆਰ। ਜਿਸ ਦਿਨ ਰੱਬ ਨਾਲ ਪਿਆਰ ਹੋ ਜਾਏਗਾ, ਯਕੀਨ ਜਾਣੋ ਜੋ ਰੱਬ ਤੱਕ ਪਹੁੰਚੇ ਨੇ ਉਹ ਵੀ ਪਿਆਰੇ ਲੱਗ, ਉਹ ਵੀ ਚੰਗੇ ਲੱਗ। ਐਵੇਂ ਨਹੀਂ ਚਰਨਾਂ ਦੀ ਦੌੜ ਤੋਂ ਸਤਿਗੁਰ ਸਦਕੇ ਪੈ ਜਾਂਦੇ, ਤੋ ਉਂਝ ਹੀ ਚੰਗਾ ਲੱਗਦਾ। ਦੂਰ ਕਿਉਂ ਜਾਓ, ਭਾਈ ਨੰਦ ਲਾਲ ਨੇ ਵੀ ਜ਼ਿਕਰ ਕੀਤਾ, ਤੇ ਨੰਦ ਲਾਲ ਨੂੰ ਤੁਸੀਂ ਬਹੁਤ ਪੜ੍ਹਿਆ ਹੈ ਤੇ ਜਾਣੇ। ਇੱਕ ਮਹਾਨ ਸ਼ਾਇਰ ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਨੰਦ ਲਾਲ ਕੋਲ ਆ ਗਿਆ।
कि भाई साहब नो कहन लगा, ये मैं किताब लिखी है और मेरे 10 साल लगे ने नज़म दे च लिखी है, शायराना अंदाज दे च लिखी है। कौन सी मजनू कौन सी लैला, सिर्फ थानू एक एक नज़म सुनाने। भाई नंदलाल नो क्यों सुनाने वास्ते आ गया, क्योंकि नंदलाल शायर ने। आपकी ज्ञातली अर्ज करा, एक शायर दी शायरी कितनी महान होवे, लोकी सारे सिर हिला रहे ने ते रस आ रहा है, पर रूहानी खुशी शायर नो उदों मिलती है जद उसकी नज़म ते कोई शायर सिर हिला ले, कोई कवि दाद देवे। संगीतकार ने संगीत दी धुन छेड़ी है, बड़ा रस आ रहा है, लोगों के सिर हिल रहे हैं, पर रूहानी खुशी संगीतकार नो उदों मिलती है जद चोटी दा कोई संगीतकार ओदी धुन नो दाद दे, ओदी बंदिश नो दाग दे। ठीक है, बाकियां नो ते स्वाद आ रहा है, पर एक जानकार जो समझण वाला है वो दाद देंदा है, सच्ची खुशी मिलती है फिर शायर नूं। ये नंदलाल कोल इस वास्ते आया है, नंदलाल की कहंदा है, दाद देंदा है कि नहीं, ये मेरी लिखत नो वडियाई देंदा है कि नहीं, दाद देंदा है कि नहीं, चंगा आखदा है कि नहीं। मजनू दे संबंध विच उन्हें एक नज़म भाई साहब ने सुनाई। भाई साहब बेसमाद हो गए, अगम्मी दुनिया च खो गए एक नज़म सुनकर, और नेत्र सज्जल हो गए। शायर भी बड़ा हैरान। हुण शायर कहन लगा, मजनू दे संबंध च मैं थानू एक नज़म सुना दिती, हुण मैं सिर्फ एको ही नज़म लैला दे संबंध च थानू सुनाना। कहते चावल का एक दाना देख के ही पता चल जाता है, देख ठीक चावल गले ने कि नहीं, पके ने कि नहीं, सारे थोड़ी देखी देने कोई दाना। सियाना शायर सी, उन्हें भी पहले ही कह दिता, थोड़ा वक्त नहीं जाया करना भाई साहब, एक एक नज़म सुनाने। एक नज़म उसने मजनू दे संबंध च सुनाई, भाई साहब समाधि लीन हो गए, अश्क बाहर हो गए, रोंगटे खड़े हो गए। ते हुण ये शायर कहंदा है, भाई जी मैं हुण थानू लैला दे संबंध च एक नज़म सुनाण लगा। भाई साहब ने इंज हथ कीता, गला इतना भरिया होया सी, जबान चो बोल नहीं निकलदे सी। इंज हथ नाल रोके, फिर हिम्मत की थी, संभाले ते फिर बोले, जो बोले ने बड़े ध्यान नाल सुनना। मगो अज हाल दैली बाबिले शौरी दाएगो, नंद लाल दे पागल दिल नो लैला दा किस्सा ना सुना, ना सुन। मगो अज हाल लैली, लैला दा हाल ना सुना। मगो अज हाल लैली बादिले शौरी दाए गोया, कि शराए किस्सा है मजनू मरा दीवाना में साज। तो मैनू मजनू दा किस्सा सुनाया, मैं अपने होश गवा बैठा, ते हुण जे तू मैनू लैला दा किस्सा सुनाया, मैं अपनी जान गवा बैठू, मेरी जान जाती रहे, ना सुना, मेरे सुनन दी ताब नहीं। किस्सा ते उसने मजनू दा सुनाया, जुड़ गए हो कलगीधर नाल। किस्सा ते उसने मजनू दा सुनाया, जुड़ गए हो परमात्मा नाल। सारा दिन कीर्तन दे राही परमात्मा दी भी गल होवे, मन परमात्मा नाल नहीं जुड़दा। कोई ते मजनू दी गल सुन के भी जुड़ जाता है। मगो अज हाले लैली ना सुना, मैं नहीं सुन सकता। नंद लाल दे पागल दिल नो लैला दी गल ना सुना। मगो अज हाले लैली बादिले शौरी दाए गोया,
कि शराए किस्सा है मजनू मरा दीवाना ने सा। मैं ते पागल हो गई। तो मैनू मजनू का किस्सा की सुनाया है। मैं ते अपनी समझ गवा बैठा। सुध में ना सुध रही, मत में ना मत। मैं ते अपनी समझ गवा बैठा। हुण तो लैला का किस्सा मैनू सुनाया, मैं अपनी जान गवा बैठा। मेरे प्राण चले जाणगे, मैं नहीं सुन सकता। मैनू ना सुन। इतना जज्बाती हो जाना, इतना भावना नाल भर जाना, इतना प्रभु प्यार विच लीन हो जाना। किस्सा ते सिर्फ मजनू दा। गुरु नानक दे किस्से सुनाइए, गुरु अर्जन देव जी दीयां गल्लां सुनाइए, गुरु हरराय साहब दा इतिहास सुनाइए, गुरु गोबिंद सिंह जी दी महिमा सुनाइए, फिर भी मन गुरु नाल ना जुड़े, उखड़िया उखड़िया बैठा रहा। तो उंज ही मैनू चंगा लगता है, गुरु तेरे कोल कुछ भी नहीं चाहिए, तेरे कोल बैठना ही चंगा लगे, तेनू सुनना ही चंगा लगे, तेरा होना ही काफी। इस अवस्था च मनुख दे अंदरों मनुखता दा जन्म, इंसानियत दा जन्म। ऐ गुरु, असी फिदा जाने आ तेरे ते, कुर्बान जाते, सदके जाते। देखना चाहया सी एक दिन गुरु गोबिंद सिंह जी महाराज ने, इन्हां दा मेरे नाल पशुआं वाला संबंध है कि मनुखा वाला, देखना चाहया सी। विसाखी दे दिन नंगी तलवार होन नाल भरी हुई, भरे इकट्ठे च कहंदे ने सिर चाहिए। सिर प्रेम दे ते सदके होना होंदा है, कुर्बान होना होंदा है, देना होंदा है। इतिहास कहंदा है अद्धे बंदे बच बैस, अद्धे चो अद्धे माता जी कोल चले गए। कहने लगे पता नहीं सतगुरां नूं की हो गया। कहंदे ने सिर चाहिदा सी, कोई बकरे आ। ਐਨ तलवार लेके खड़े, उन्हां दी अखां ही दसदियां पईयां ने कट देणगे। एक चौथाई ਜਿਹੜੇ बैठे सन, उन्हां च भी बहुते सहमे होए, पर लाहौर दे भाई दया राम खड़े होए, हथ जोड़ के कहण लगे मेरे पातशाह, जिस दिन ਇਹ सिर ਤੁਹਾਡੇ ਕਦਮਾਂ ਤੇ ਰੱਖਿਆ ਸੀ, ਇਹ ਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ। ਆਪਣਾ ਹੈ ਹੀ ਨਹੀਂ, ਮੰਗਦੇ ਕਿਉਂ ਹੋ? ਇਹ ਤੇ ਹੈ ਹੀ ਤੁਹਾਡਾ। ਇਹ ਲਓ। ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ, ਇਨਸਾਨੀਅਤ ਸੀ। ਇੱਥੋਂ ਗੁਰੂ ਸਦਕੇ ਜਾਂਦੇ ਆ, ਕੁਰਬਾਨ ਜਾਂਦੇ ਆ, ਫਿਦਾ ਜਾਂਦੇ ਆ। ਲੋਭ ਦੇ ਤੇ ਕੁਝ ਲੈਣਾ ਹੁੰਦਾ, ਆਪਣੇ ਲੋਭ ਕੋ ਕੀ ਨਾ ਹੋਵੇ। ਤੂੰ ਚੰਗਾ ਲੱਗਦਾ ਹੈ, ਕੋਈ ਟੁੱਕਰ ਪਾ ਦੇਗਾ। ਤੂੰ ਚੰਗਾ ਲੱਗਦਾ ਹੈ, ਕੋਈ ਕੰਮ ਸਿਰੇ ਚਾੜ ਦੇਗਾ। ਨਾ ਚਾੜਿਆ ਤੇ ਫਿਰ ਕੁਛ ਵੀ ਨਹੀਂ, ਤੇਰਾ ਦਰ ਵੀ ਛੋੜ ਦਿਆਂ, तेरा घर भी छोड़। तो उंज ही चंगा लगता है, तेरा होना उंज ही काफ़ी है। इत्थे मनुख दे अंदर मनुखता दा जन्म आउंदा, इंसान दे अंदर इंसानियत दा जन्म आउंदा है। मैं फिर दोहरावां, मनुख पशु दी तरह जी सकदा है, मनुख मनुख दी तरह जी सकदा है, मनुख देवते दी तरह जी सकदा है, मनुख रब दी तरह जी सकदा, परमात्मा दी तरह जी सकदा। प्रेम दे च बराबरी आउंदी है, मानवता दे च बराबरी आउंदी है। जैसे तुसीं सुणदे हो, धन गुरु गोबिंद सिंह जी महाराज ने जब पंजां नूं अमृत पान कराया, तो ख्याल आया मैं अमृत देण वाला, ये लैण वाले। देण दे नाते मैं दाता, लैण दे नाते भिखारी। मैं देण वाला, ये लैण वाले। देण दे नाते मैं गुरु, लैण दे नाते सिख। पेशिश इत्थे फिर बराबरी नहीं। एक भिखारी, एक दाता, एक सिख ते एक गुरु। जिस दे रोम रोम विच अमृत है, जिहदी दृष्टि विच अमृत है, जिहदे बोलां विच अमृत है, जिहदे हत्थां च अमृत है, जिहदे कदमां च भी अमृत है, जो चले फिर जमीन दे जर्रियां नूं भी पवित्र करके रख देंदा है। ਉਹ ਇਨ੍ਹਾਂ ਪੰਜਾਂ ਦੇ ਅੱਗੋਂ ਹੱਥ ਜੋੜ ਕੇ ਮੰਗਦਾ ਹੈ, ਜਿਵੇਂ ਤੁਸੀਂ ਛਕਿਆ ਹੁਣ ਮੈਨੂੰ ਵੀ ਛਕਾਓ।
ਮੈਨੂੰ ਵੀ ਅੰਮ੍ਰਿਤ ਪਾਨ ਕਰਾ। ਕੋਈ ਲੋੜ ਨਹੀਂ ਸੀ। ਮੈਂ ਫਿਰ ਦੁਹਰਾਵਾਂ, ਜਿਹਦੇ ਬੋਲਾਂ 'ਚ ਅੰਮ੍ਰਿਤ ਹੈ, ਜਿਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ, ਜਿਹਦੇ ਹਰ ਕਰਮ ਦੇ 'ਚ ਅੰਮ੍ਰਿਤ ਦੀ ਧਾਰਾ ਹੈ, ਉਹ ਕਿਉਂ ਮੰਗ ਰਿਹਾ ਹੈ ਬਰਾਬਰੀ ਹੋ ਲੈ, ਬਰਾਬਰੀ। ਤਾਂ ਹੀ ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ, ਜੋ ਗੁਰੂ ਸੀ ਉਹ ਸਿੱਖ ਬਣ ਗਿਆ ਹੈ, ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ, ਬਰਾਬਰੀ ਹੋ ਗਈ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ 'ਚ ਇੱਥੇ ਕਮਾਲ ਹੋ ਗਈ। ਇੱਥੋਂ ਸੱਚੀ ਇਨਸਾਨੀਅਤ ਦਾ ਜਨਮ ਆਉਂਦਾ, ਮਨੁੱਖਤਾ ਦਾ ਜਨਮ। ਫਿਰ ਹੋਰ ਤੀਜਾ ਸੰਬੰਧ, ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਫਿਰ ਵੀ ਤੂੰ ਮਹਾਨ ਉੱਚਾ। ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ, परमात्मा तू महान ऐसी तेरे सामने कुछ भी नहीं, कुछ भी नहीं। ये फिर श्रद्धा का संबंध है। पहला संबंध लोभ का संबंध पशु, दूजा संबंध प्रेम का संबंध मनुख, तीसरा संबंध श्रद्धा का संबंध देवते। ये देवता हो गए। श्रद्धा मनुख नूं फरिश्ता बना देंदी, श्रद्धा मनुख नूं देवता बना देंदी। हुणे ही जथेदार साहब मैनू कह रहे सन भी तुसी इस संबंध च एक चिट्ठी जरूर अकाल तख्त ते लिखेगा और अज ही लिख के भेजना। मैं दादा कीता, मैं जाके फारग होके अज ही लिख के फैक्स करके भेजा। कुछ अपने आप नूं जो अकल दे धनी समझते हैं, कलम दे धनी समझते हैं, बड़ा सियाणा समझते हैं, उन्होंने लेख ते बोल गुरु ग्रंथ साहब के खिलाफ भी लिखे, कौम के खिलाफ भी लिखे ने, बाणी के भी खिलाफ लिखे ने, सिख रो रीत के खिलाफ भी। बड़ी चर्चा है। मैनू कहने लगे विश्व सिख प्रचारक संस्था की तरफों थोड़े विचार भी आने चाहिए। मैं कहा मैं तो हर स्टेज पर बोलिया हाँ, मैं लिखती नहीं दिखे, तुसी अज कहा है तो मैं अज लिखती गए थे। उस श्रद्धा तो हीन मनुख ने लिखे है, रुमालियां दे एक पोथी नूं ठप के रख देना दिन भर, है लफ्ज़ अगे जो ने ये जबान कह नहीं सकती। उंज अपने आप नूं सिख कहंदे, विद्वान कहंदे, अमृत दी रीत ते भी तर्क कीती है, कथा कीर्तन ते भी तर्क कीती, और पता नहीं फिर की होना चाहिए। शायद ये चाहते ने गुरुद्वारियां नूं क्लब भी बना दे और अपने आप नूं विद्वान कहंदे। विद्वान होने का इन्ना ही मतलब है कि श्रद्धा तो ही ना होना, श्रद्धा कोई चीज़ नहीं। मैं अर्ज करा इस तरह के बंदे ते मनुख भी नहीं ने, बिल्कुल पशुओं के तल जी है, बिल्कुल तल है, बिल्कुल। बहुत पुरानी गल मैं अखबार पढ़ रहा से, ਉਹਦੇ 'ਚ कुछ राजनीतिकां ने चिंता व्यक्त की सी। बाहर देश की गल है, जर्मनी 'ਚ मैं बैठा सी, उत्थों के राजनीतिक लोगों ने चिंता व्यक्त की थी, जंगल दे विच जानवर घटते जा रहे, मनुख ने बहुता शिकार कर दिता। कोल मेरे सज्जन बैठे सन, मैं कहा इवें विचारे चिंता पे करते हैं, की होया जंगलों के जानवर घट गए ने, शहरों के जानवर वध गए, बहुत वध गए। पहले डर होंदा सी जंगलों दे, मनुख पहले डरे होया सी जंगलों च, हुण जंगलों के डर नहीं, शहर दे डर है। देखो रात नूं तुहाडे बेंगलोर का बाजार बंद हो जाता है, एक दुकान नूं 5-5 ताले लगते हैं, 10-10 ताले लगते हैं। साइकिल खड़ी करो ताला लाओ, कार खड़ी करो ताला लाओ, और ते छड्डो गुरु की गोलक नूं 3-3 ताले लगे पे, ताले लाओ। किहदा डर है? कुत्ते का डर है, सूअर का डर है, खोते का डर है, गिद्दड़ का डर है। एक जबान होके सारियां नूं कहना पेगा बंदियां दे डर है, और किहदा डर है? मनुख का ही डर है। मनुख मनुख तो भयभीत है, मनुख मनुख तो डरे होया। क्यों? मनुख डरावना हो गया। फरीदा तिन्ना मुख डरावने, जिना विसारियो नाव, ऐथे दुख घनेरिया अगे ठौर ना ठा।
ਇਹ ਮਨੁੱਖ ਬੜੇ ਡਰਾਵਣੇ ਹੁੰਦੇ ਨੇ, ਪਤਾ ਨਹੀਂ ਕੀ ਕਰਦੇ ਨੇ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨਹੀਂ। ਉਹਨਾਂ ਦੇ ਅੰਦਰ ਪਸ਼ੂ ਬਿਰਤੀਆਂ ਹੁੰਦੀਆਂ ਨੇ, ਕੁਛ ਵੀ ਕਰ ਸਕਦੇ ਨੇ। ਭਗਤ ਨਾਮਦੇਵ ਤੇ ਕਹਿੰਦੇ ਨੇ, ਜੋ ਨਾ ਭਜਨ ਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਇਹ ਪ੍ਰਭੂ, ਉਹ ਬੰਦੇ ਮੇਰੇ ਮੱਥੇ ਨਾ ਲਾਵੀਂ ਜੋ ਤੇਰਾ ਨਾਮ ਹੀ ਨਹੀਂ ਜਪਦੇ। ਮੈਂ ਨਹੀਂ ਵੇਖਣਾ ਚਾਹੁੰਦਾ। ਸਿਮਰਨ ਤੋਂ ਬਿਨਾਂ ਮਨੁੱਖ ਜ਼ਿੰਦਾ ਤੇ ਰਹੇਗਾ, ਪਰ ਸੱਪ ਦੀ ਤਰ੍ਹਾਂ। ਸੱਪ ਦਾ ਕੰਮ ਕੀ ਹੁੰਦਾ? ਖਾਣਾ ਪੀਣਾ ਤੇ ਆਪਣੇ ਸਿਰ ਦੇ 'ਚ ਜ਼ਹਿਰ ਵਧਾ ਲੈਣੀ, ਤੇ ਸੀਮਾ ਤੋਂ ਜਦ ਜ਼ਹਿਰ ਵੱਧ ਗਈ ਹੈ ਤੇ ਕਿਸੇ ਨੂੰ ਡੰਗਣਾ ਤੇ ਜ਼ਹਿਰ ਕੱਢਣੀ। ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਸਿਰਫ ਸੱਪ ਹੀ ਸੱਪ ਨਹੀਂ ਨੇ, ਬਹੁਤੇ ਮਨੁੱਖ ਸੱਪ ਨੇ। ਸ਼ਾਇਦ ਸੱਪ ਦਾ ਡੰਗਿਆ ਹੋਇਆ ਬਚ ਵੀ ਜਾਏ, ਮਨੁੱਖ ਦਾ ਡੰਗਿਆ ਨਹੀਂ ਬਚਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨੁੱਖ ਬਹੁਤ ਜ਼ਹਿਰੀਲਾ ਹੈ। ਕਹਿੰਦੇ ਨੇ ਇੱਕੋ ਹੀ ਸਮੇਂ 5-6 ਬੰਦਿਆਂ ਨੂੰ ਅਗਰ ਸੱਪ ਡੰਗ ਮਾਰੇ, ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ। ਫਿਰ ਕੁਝ ਸਮਾਂ ਲੱਗਦਾ ਹੈ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਲੇਕਿਨ ਬੰਦਿਆਂ ਨੂੰ ਮਾਰਨ ਦਾ ਅੰਦਰ ਜਿਹੜਾ ਜਜ਼ਬਾ ਸੀ ਉਹਦਾ ਨਹੀਂ ਖਤਮ ਹੋਇਆ ਸੀ, ਜ਼ਹਿਰ ਤੇ ਮੌਜੂਦ ਸੀ। ਮਨੁੱਖ ਬਹੁਤ ਭयंकर ਹੈ, कोई पशु इतना भयंकर नहीं है। बिन सिमरन जैसे सर्प अर जारी, त्यों साकत जीवे नाम बिसारी। बिन सिमरन भय कूकर काम, साकत बेसवा ना पूत ने नाम। गुस्ताखी माफ मैनू कहण देना, गुरबाणी दीयां पंक्तियां ने, मैं खुलासा करदा मैं। सिमरन तो बिना मनुख जीवेगा ते सही, गुस्ताखी माफ बार बार माफी, कुत्ते दी तरह जीवे। ਕੀ ਹੋਇਆ ਸ਼ਕਲ ਸੂਰਤ ਮਨੁੱਖਾਂ ਦੀ? ਕੁੱਤੇ ਦਾ ਕੰਮ ਕੀ ਹੈ? ਕੁੱਤੇ ਨੂੰ ਵੇਖ ਕੇ ਭੌਂਕਦਾ ਹੈ। ਬਸ ਮਨੁੱਖ ਦੀ ਮਨੁੱਖ ਨਾਲ ਨਫ਼ਰਤ ਹੋਵੇਗੀ, ਘਿਰਣਾ ਹੋਵੇਗੀ, ਖਾਮਾ ਖਾ ਭੌਂਕੀ ਜਾਏਗਾ, ਨਿੰਦਾ ਕਰੀ ਜਾਏਗਾ, ਨਾ ਲੈਣਾ ਨਾ ਦੇਣਾ। ਜੀਵੇਗਾ ਤੇ ਸਹੀ ਸਿਮਰਨ ਤੋਂ ਬਿਨਾ, ਕੁੱਤੇ ਦੀ ਤਰ੍ਹਾਂ ਜੀਵੇਗਾ। ਸਾਕਤ ਬੇਸੁਆ ਪੂਤ ਨੇ ਨਾਮ, ਸ਼ਬਦ ਬੜੇ ਸੱਭੇ ਵਰਤੇ ਨੇ ਸਤਿਗੁਰਾਂ ਨੇ। ਸਾਕਤ ਬੇਸੁਆ ਪੂਤ ਨੇ ਨਾਮ, ਜਿਉ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਪਰਿਓ ਹੈ ਦ੍ਰਕੁਟੇ। ਹੁਣ ਵੇਸਵਾ ਦੇ ਘਰ ਪੁੱਤਰ ਹੋ ਜਾਏ ਤੇ ਉਹ ਪੁੱਤਰ ਵਿਚਾਰਾ ਪਿਓ ਦਾ ਨਾਂ ਕੀ ਦੱਸੇ? ਕਈਆਂ ਦੇ ਸੰਪਰਕ ਵਿੱਚ ਆਈ ਹੋਈ ਹੈ ਵੇਸਵਾ, ਉਹਨੂੰ ਖੁਦ ਵੀ ਨਹੀਂ ਪਤਾ ਇਹ ਪੁੱਤਰ ਕੀ ਨਾਮ ਦੱਸੇ ਆਪਣੇ ਪਿਓ ਦਾ। ਸਾਕਤ ਬੇਸਵਾ ਪੂਤ ਨੇ ਨਾਮ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਜਿਉ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਪਰਿਓ ਹੈ ਤ੍ਰਕਟੀ। ਸਾਡੇ ਦੇਸ਼ ਦੇ ਵਿੱਚ ਗਾਲ ਹੈ, ਜੋ ਪਿਤਾ ਦਾ ਨਾਮ ਨਾ ਦੱਸ ਸਕੇ ਉਹਨੂੰ ਗਾਲ ਕੱਢ ਕੇ ਬੁਲਾਉਂਦੇ। ਭਿਅੰਕਰ ਗਾਲ ਹੈ, ਇਹਨੂੰ ਪਿਓ ਦਾ ਪਤਾ ਹੀ ਕੋਈ ਨਹੀਂ। ਇਹ ਨਾਜਾਇਜ਼ ਔਲਾਦ ਹੈ। ਪਰ ਸਤਿਗੁਰੂ ਜੋ ਕੁਛ ਤੇ ਕਹਿ ਰਹੇ ਨੇ, ਕੁਛ ਹੋਰ ਕਹਿ ਰਹੇ ਨੇ। ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਉਹਨੂੰ ਵੇਸਵਾ ਦਾ ਪੁੱਤਰ ਨਾ ਆਖੋ। ਅਸਲ ਵਿੱਚ ਵੇਸਵਾ ਦਾ ਪੁੱਤਰ ਉਹ ਹੈ ਜੋ ਜਗਤ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਜਿਸ ਤੋਂ ਸਾਰੇ ਆਏ ਨੇ। ਇਸ ਹਿਸਾਬ ਨਾਲ ਫਿਰ ਕੌਣ ਬਚੇਗਾ? ਗੁਸਤਾਖੀ ਮਾਫ, ਕੌਣ ਬਚੇਗਾ? ਸਾਕਤ ਬੇਸਵਾ ਪੂਤ ਨੇ ਨਾਮ, बिन सिमरन गर्धब की न्याई, साकत थान भ्रष्ट फिराए। महाराज कहते सिमरन तो बिना मनुख जी ते सकेगा, पर खोते की तरह जीवेगा। गर्दब खोता, सिर्फ खोते ही खोते नहीं होंगे। गुस्ताखी माफ, बहुते मनुख खोते ही होंगे। सिर्फ कुत्ते ही कुत्ते नहीं होंगे, बहुते मनुख कुत्ते होंगे। कहना देना गुरबाणी ना होंगी मैं नहीं कह सकता सी। सिर्फ सप ही सप नहीं आते, बहुते मनुख सप आते हैं। और ये सारे शब्द ने सारे जानवरों का जिक्र है। सिर्फ सूअर ही सूअर नहीं आते, बहुते मनुख सूअर आते, बहुते मनुख शेर आते। एक शब्द होर थोड़े सामने मैं रखते हैं, गुरु अर्जन देव जी का संस्कृति श्लोक। उदयान बसनं संसारं
ਸਨਬੰਦੀ ਸੁਆਨ ਸਿਆਲ ਖਰੇ। ਉਜਾੜ ਦੀ ਤਰ੍ਹਾਂ ਤੂੰ ਰਹਿ ਰਿਹਾ, ਜਿਵੇਂ ਉਜਾੜ ਦੇ 'ਚ ਕੋਈ ਰਹਿੰਦਾ ਹੈ। ਮਨੁੱਖ ਦਾ ਮਨੁੱਖ ਨਾਲ ਕੋਈ ਸੰਬੰਧ ਨਹੀਂ ਹੈ। ਇੱਕੋ ਹੀ ਸ਼ਹਿਰ ਦੇ 'ਚ ਦੋ ਭਰਾ ਰਹਿੰਦੇ ਨੇ, 6-6 ਮਹੀਨੇ ਤੱਕ ਮਿਲਣਾ ਕੋਈ ਨਹੀਂ। ਮਨੁੱਖ ਮਨੁੱਖ ਨਾਲ ਟੁੱਟਿਆ ਹੈ, ਪਰਿਵਾਰ ਟੁੱਟਦੇ ਜਾ ਰਹੇ ਨੇ। ਮਹਾਰਾਜ ਕਹਿੰਦੇ ਠੀਕ 1 ਕਰੋੜ ਦੀ ਆਬਾਦੀ ਦਾ ਸ਼ਹਿਰ ਹੋਵੇ ਤੇ ਕਹਿੰਦਾ ਮਹਾਨਗਰ ਹੈ, ਬਹੁਤ ਵੱਡਾ ਸ਼ਹਿਰ ਹੈ। ਮਹਾਰਾਜ ਕਹਿੰਦੇ ਨਹੀਂ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦਾ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ, ਬੰਦਾ ਤੇ ਬੰਦੇ ਨਾਲ ਟੁੱਟਿਆ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਤੂੰ ਨਗਰ ਕਹਿੰਦਾ ਪਿਆ, ਉਜਾੜ ਹੈ। ਬੜਾ ਧਿਆਨ ਦੇਣਾ ਥੋੜਾ, ਬਸ 2-4 ਮਿੰਟ ਮੈਂ ਹੋਰ ਲੈਣਾ ਸਮਾਪਤੀ। ਉਜਾੜ ਦੇ ਇੱਥੇ ਜੰਗਲੀ ਜਾਨਵਰ ਹੁੰਦੇ ਨੇ, ਪਸ਼ੂ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਤੂੰ ਉਜਾੜ ਦੇ 'ਚ ਰਹਿੰਦਾ ਪਿਆ ਔਰ ਪਸ਼ੂਆਂ ਦੇ ਨਾਲ ਰਹਿ ਰਹੇ। ਤੇਰੇ ਸਨਬੰਦੀ ਕੌਣ ਨੇ? ਧਿਆਨ ਨਾਲ ਸੁਣਨਾ। ਉਦਿਆਨ ਬਸਰੰ ਸੰਸਾਰੰ ਸਨਬੰਦੀ ਸਵਾਨ ਸਿਆਲ ਖਰੇ। ਤੇਰੇ ਸਨਬੰਦੀ ਨੇ ਸਵਾਨ ਕੁੱਤੇ, ਤੇਰੇ ਸਨਬੰਦੀ ਨੇ ਸਿਆਲ ਗਿੱਦੜ, ਤੇਰੇ ਸਨਬੰਦੀ ਨੇ ਖੋਤੇ ਖਰੇ। ਤੇ ਤੁਸੀਂ ਆਖੋਗੇ ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਨਿਰਮਾਣਤਾ ਦੀ ਮੂਰਤੀ ਹੋ, ਬੜੇ ਮਿੱਠੇ ਤੁਹਾਡੇ ਬੋਲ ਨੇ, ਸਾਡੇ ਸਨਬੰਦੀ ਚੰਗੇ ਭਲੇ ਨੇ, ਗਿੱਦੜ ਨਾ ਆਖੋ, ਕੁੱਤੇ ਨਾ ਆਖੋ, ਖੋਤੇ ਨਾ ਆਖੋ। ਤੁਸੀਂ ਸਾਡੇ ਸਨਬੰਦੀਆਂ ਨੂੰ ਖੋਤਾ ਕੀ ਜਾਂਦੇ ਹੋ। ਪੰਕਤੀਆਂ ਫਿਰ ਸੁਣਨਾ। ਸ਼ਲੋਕ ਸੰਸਕ੍ਰਿਤੀ ਮੱਲਾ 5ਵਾਂ। ਉਦਿਆਨ ਵਸਨੰ ਸੰਸਾਰੰ ਸਨਬੰਦੀ ਸਵਾਨ ਸਿਆਲ ਖਰੇ। ਉਜਾੜ ਦੇ 'ਚ ਤੂੰ ਰਹਿੰਦਾ ਪਿਆ ਤੇ ਸਨਬੰਦੀ ਤੇਰੇ ਨੇ ਕੁੱਤੇ ਖੋਤੇ ਤੇ ਗਿੱਦੜ। ਸਰੂਪ ਕਰਕੇ ਕੁੱਤਾ ਚਲਾ ਗਿਆ, ਸਰੂਪ ਸਾਨੂੰ ਮਨੁੱਖ ਮਿਲਿਆ, ਗੁਸਤਾਖੀ ਮਾਫ ਸੁਭਾਅ ਕਰਕੇ ਕੁੱਤਾ ਅੰਦਰ ਬੈਠਾ। ਸਰੂਪ ਕਰਕੇ ਖੋਤੇ ਰੁਖਸਤ ਹੋ ਗਏ, ਪ੍ਰਕਿਰਤੀ ਨੇ ਸਾਨੂੰ ਸਵਾਰ ਦਿੱਤਾ ਹੈ, ਮਨੁੱਖ ਹੋ ਗਿਆ। ਸੁਭਾਅ ਕਰਕੇ ਖੋਤੇ। ਪ੍ਰਾਚੀਨ ਕਾਲ ਦੇ ਟਰਾਂਸਪੋਰਟ ਦਾ ਕੰਮ ਇਹਨਾਂ ਤੋਂ ਹੀ ਲੈਂਦੇ ਸਨ, ਅਜੇ ਵੀ ਹੈ ਬਹੁਤ ਸਾਰੀ ਜਗ੍ਹਾ। ਮੈਂ ਈਰਾਨ ਦੇ ਦੇਖਿਆ ਗਲੀ ਗਲੀ ਦੇ ਸਬਜ਼ੀ ਵੇਚਣ, ਫਲ ਵੇਚਣ ਵਾਸਤੇ ਜਿਹੜੇ ਆਉਂਦੇ ਨੇ ਖੋਤਿਆਂ 'ਤੇ ਲੱਦੇ ਹੋਏ ਹੁੰਦੇ ਨੇ, ਤੋਲ ਤੋਲ ਕੇ ਦੇਈ ਜਾਂਦੇ। 10-10 ਖੋਤਿਆਂ 'ਤੇ ਸਬਜ਼ੀ ਲੱਦ ਕੇ ਗਲੀ ਗਲੀ ਵੇਚਦੇ ਅਜੇ ਵੀ। ਅਫਗਾਨਿਸਤਾਨ ਦੇ 'ਚ ਵੀ ਦੇਖੇ, ਈਰਾਨ ਦੇ 'ਚ ਵੀ ਦੇਖਿਆ, 1-2 ਪਿੰਡ ਇਰਾਕ ਦੇ ਵੀ ਮੈਂ ਦੇਖੇ, ਖਚਰਾਂ 'ਤੇ ਲੱਦ ਕੇ ਸਬਜ਼ੀ ਔਰ ਫਲ ਗਲੀ ਗਲੀ ਵੇਚਣਾ। ਬਾਹਰ ਬਰਦਾਰੀ ਦਾ ਕੰਮ, ਟਰਾਂਸਪੋਰਟ ਦਾ ਕੰਮ ਇਹਨਾਂ ਖੋਤਿਆਂ ਤੋਂ ਲਿਆ ਜਾਂਦਾ ਸੀ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਭਾਰ ਵਾਹਕ ਨੇ, ਭਾਰ ਢੋਂਦੇ ਨੇ, ਇਹ ਨਕਲੀ ਖੋਤੇ ਨੇ। ਤਾਂ ਫਿਰ ਅਸਲੀ ਖੋਤੇ ਕਿਹੜੇ ਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸੁਣੋ। ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨ। ਇਹ ਅਸਲੀ ਖੋਤੇ ਨੇ। ਗੁਣ ਤੇ ਕੱਖ ਨਹੀਂ, ਹੰਕਾਰ ਨਾਲ ਭਰੇ ਹੋਏ, ਹੰਕਾਰ ਦੀ ਪੰਡ ਚੁੱਕੀ ਹੋਈ, ਇੰਨਾ ਬੋਝ ਸਿਰ ਤੇ ਚੁੱਕਿਆ ਹੋਇਆ। ਇਹ ਅਸਲੀ ਖੋਤੇ ਨੇ। ਬੰਦੇ ਦਾ ਬੰਦੇ ਨਾਲ ਵੈਰ ਔਰ ਬੰਦਾ ਬੰਦੇ ਤੋਂ ਡਰਿਆ ਹੋਇਆ। ਸ਼ੇਰ ਸਾਦੀ ਗੁਲਿਸਤਾਨ ਦੀ ਇੱਕ ਲੰਬੀ ਚੌੜੀ ਨਜ਼ਮ ਦੇ ਵਿੱਚ ਕਹਿੰਦੇ ਨੇ, ਮੁਖਤਸਰ ਮੈਂ ਅਰਜ਼ ਕਰਾਂ, ਕਹਿੰਦਾ ਖੁਦਾ ਇੱਕ ਤੇ ਤੂੰ ਸਰਵ ਸ਼ਕਤੀਮਾਨ ਹੈ, ਸਮਰੱਥ ਹੈ, ਮੈਂ ਤੈਥੋਂ ਖੌਫ ਖਾਨਾ ਡਰਦਾ। ਪਰਮਾਤਮਾ ਨਿਰਮਲ ਹੈ, ਉਹਦਾ ਡਰ ਵੀ ਬੜਾ ਨਿਰਮਲ ਹੈ, ਅੰਦਰੋਂ ਸਾਰੇ ਧੋਣੇ ਧੋ ਦਿੰਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਅਧੂਰੇ। ਸਾਰਿਆਂ 'ਚ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਔਰ ਮਨੁੱਖ ਕਿਸੇ ਨਾਲ ਜੋ ਹੈ ਵਧੀਕੀ ਨਹੀਂ ਕਰਦਾ। ਪਰਮਾਤਮਾ ਦਾ ਡਰ ਮਨੁੱਖ ਨੂੰ ਦੇਵਤਾ ਬਣਾ ਦਿੰਦਾ, ਫਰਿਸ਼ਤਾ ਬਣਾ ਦਿੰਦਾ। ਸ਼ੇਰ ਸਾਦੀ ਕਹਿੰਦੇ ਨੇ, ਹੇ ਖੁਦਾ ਇੱਕ ਤੇ ਮੈਂ ਤੈਥੋਂ ਡਰਦਾ, ਦੂਸਰਾ ਭਿਅੰਕਰ ਰੂਪ ਦੇ 'ਚ ਮੈਂ ਉਹਨਾਂ ਤੋਂ ਡਰਦਾ ਜਿਹੜੇ ਤੈਥੋਂ ਨਹੀਂ ਡਰਦੇ। ਪਤਾ ਨਹੀਂ ਕੀ ਕਰ ਦੇਣਗੇ, ਪਤਾ ਨਹੀਂ ਕੀ ਕਰ ਦੇਣਾ, ਫਿਰ ਮੈਂ ਉਹਨਾਂ ਤੋਂ ਡਰਦਾ। ਨਾਮਦੇਵ ਕਹਿੰਦੇ ਨੇ, ਉਹ ਜਿਹੇ ਬੰਦੇ ਮੇਰੇ ਮੱਥੇ ਨਾ ਲਾਈ। ਬਾਬਾ ਫਰੀਦ ਵੀ ਕਹਿੰਦਾ, ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਉਹਨਾਂ।